ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸਤੇ ਤੀਨ ਭੂਪਾਨ ਸੋ ਭਇਓ ਪ੍ਰਥਕ ਸੰਵਾਦ। ਤਿਨੇ ਸਲੋਕ ਭਨੇ ਤਿਨੇ ਹਨੇ ਮੋਹ ਗਰਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਖਾਲਸਾ ਜੀ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ 6 ਅਧਿਆਏ ਜਿਹੜੇ ਨੇ ਉਹ ਸਰਵਣ ਕੀਤੇ ਹਨ, ਜੋ ਵੈਰਾਗ ਸ਼ਤਕ ਵਿੱਚ ਭਰਤਰੀ ਜੀ ਮਹਾਰਾਜ ਨੇ ਵਰਣਨ ਕੀਤੇ ਆ। 7ਵਾਂ ਅਧਿਆਏ ਸ਼ੁਰੂ ਹੋ ਰਿਹਾ। ਇਹਦੇ ਵਿੱਚ ਮਹਾਰਾਜ ਜੀ ਨੇ 3 ਰਾਜਿਆਂ ਨੂੰ ਉਪਦੇਸ਼ ਦਿੱਤਾ ਸੀਗਾ। ਉਹ 3 ਰਾਜਿਆਂ ਨੂੰ ਜੋ ਵੈਰਾਗ ਦਾ ਉਪਦੇਸ਼ ਦਿੱਤਾ ਸੀ ਉਹ ਇਸ ਅਧਿਆਏ ਵਿੱਚ ਵਰਣਨ ਹੋਏਗਾ। ਸਤੇ ਤੀਨ ਭੂਪਾਨ ਸੋ ਭਇਓ ਪ੍ਰਥਕ ਸੰਵਾਦ। ਸਤੇ ਮੈਨੇ 7ਵੇਂ ਅਧਿਆਏ 'ਚ 3 ਭੂਪਾਨ ਸੋ 3 ਭੂਪਾਨ ਮੈਨੇ ਰਾਜੇ। 3 ਰਾਜਿਆਂ ਦੇ ਨਾਲ ਭਇਓ ਪ੍ਰਥਕ ਸੰਵਾਦ ਹੋਇਆ, ਪਰ ਪ੍ਰਥਕ ਵੱਖਰਾ ਵੱਖਰਾ ਹੋਇਆ। ਸੇਮ ਟਾਈਮ ਤੇ ਨਹੀਂ ਹੋਇਆ। ਇੱਕ ਰਾਜਾ ਆ ਗਿਆ, ਉਹਦੇ ਨਾਲ ਗੱਲਬਾਤ ਹੋਈ, ਉਹ ਚਲਾ ਗਿਆ। ਫਿਰ ਕਿਤੇ ਦੂਜਾ ਕਿਤੇ ਆ ਮਿਲਿਆ, ਫਿਰ ਉਹਦੇ ਨਾਲ ਗੱਲਬਾਤ ਹੋਈ। ਫਿਰ ਕਿਤੇ ਤੀਜਾ ਮਿਲਿਆ, ਉਹਦੇ ਨਾਲ ਗੱਲਬਾਤ ਹੋਈ। ਇਸ ਕਰਕੇ ਪ੍ਰਥਕ ਸੰਵਾਦ ਹੋਇਆ, ਵੱਖਰਾ ਵੱਖਰਾ। 3 ਰਾਜਿਆਂ ਨਾਲ ਹੋਇਆ ਮਹਾਰਾਜ ਭਰਤਰੀ ਦਾ। ਤਿਨੇ ਸਲੋਕ ਭਨੇ ਤਿਨੇ ਹਨੇ ਮੋਹ ਗਰਬਾਦ। ਤਿਨੇ ਸਲੋਕ ਭਣੇ ਭਾਵ ਉਹ ਤਿਨੇ ਤੋਂ ਭਾਵ ਹੈ ਭਰਤਰੀ ਜੀ ਨੇ। ਤਿਨਾਂ ਨੇ ਸਲੋਕ ਭਣੇ, ਸਲੋਕ ਉਚਾਰਨ ਕੀਤੇ। ਤਿੰਨੋਂ ਹਨੇ ਮੋਹ ਗਰਬਾਦ। ਉਹ ਜਿਹੜੇ 3 ਰਾਜੇ ਸੀਗੇ, ਉਹਨਾਂ 3 ਰਾਜਿਆਂ ਦਾ ਮੋਹ ਤੇ ਹੰਕਾਰ ਦੂਰ ਕਰ ਦਿੱਤਾ। ਤਿੰਨੇ ਸਲੋਕ ਭਣੇ ਭਾਵ ਉਸ ਭਰਤਰੀ ਰਾਜੇ ਨੇ ਸਲੋਕ ਉਚਾਰਨ ਕਰਕੇ ਉਹਨਾਂ ਹੰਕਾਰੀ ਰਾਜਿਆਂ ਦਾ ਹੰਕਾਰ ਤੋੜ ਦਿੱਤਾ। ਇਹ ਵਿਸ਼ਾ ਹੈ ਇਸ ਅਧਿਆਏ ਦਾ। ਸੋਰਠਾ ਬਿਨ ਰੋਚ ਕਹੂੰ ਨਰਿੰਦਰ ਦੀਨ ਭਰਤ ਪ੍ਰਤਿ ਭੋਗ ਕਛ। ਬਿਨ ਰੋਚ ਤੋਂ ਮਤਲਬ ਹੁੰਦਾ ਵੀ ਬਿਨਾਂ ਇੱਛਾ ਦੇ, ਬਿਨਾਂ ਸ਼ਰਧਾ ਦੇ, ਬਿਨਾਂ ਪ੍ਰੇਮ ਦੇ। ਕਿਸੇ ਨਰਿੰਦਰ ਕਹੂੰ ਨਰਿੰਦਰ ਕਿਸੇ ਰਾਜੇ ਨੇ ਦੀਨ ਭਰਤ ਪ੍ਰਤੀ ਦਿੱਤਾ ਭਰਤਰੀ ਜੀ ਨੂੰ ਭੋਗ ਕਛ, ਕੋਈ ਖਾਣ ਪੀਣ ਨੂੰ ਜਾਂ ਮਤਲਬ ਕੋਈ ਵਰਤਣ ਨੂੰ ਕੁਛ ਇਹੋ ਜਿਹਾ ਸਮਾਨ ਦਿੱਤਾ, ਭੇਟਾ ਦਿੱਤੀ। ਮੰਨ ਲਓ ਵੀ ਸੰਤ ਸਮਝ ਕੇ, ਮਹਾਂਪੁਰਸ਼ ਸਮਝ ਕੇ ਭੇਟਾ ਦਿੱਤੀ। ਹਾਂਜੀ। ਤਤ ਮਲੀਨ ਯੋਗੇਂਦਰ ਤੀਨ ਹੇਤ ਕਰ ਚੀਨ ਆਪ। ਤਤ ਅਲੀਨ ਪਾਠ ਸ਼ੁੱਧ ਹੈ, ਤੁਹਾਡੇ ਕੋਲ ਗਲਤ ਛਪਿਆ ਹੋਇਆ ਮਲੀਨ। ਤਤ ਅਲੀਨ ਯੋਗੇਂਦਰ। ਤਤ ਮੈਨੇ ਉਸ ਨੂੰ ਅਲੀਨ ਨਹੀਂ ਲਿਆ। ਲੀਨ ਦਾ ਅਰਥ ਲੈਣਾ, ਅਲੀਨ ਮੈਨੇ ਲਿਆ ਨਹੀਂ। ਉਸ ਪਦਾਰਥ ਨੂੰ, ਉਸ ਖਾਣ ਵਾਲੀ ਪੀਣ ਵਾਲੀ ਜੋ ਵੀ ਵਸਤੂ ਹੋਵੇਗੀ, ਉਹਨੂੰ ਮਹਾਰਾਜ ਭਰਤਰੀ ਜੀ ਨੇ, ਯੋਗਿੰਦਰ ਜੋਗੀਆਂ ਦੇ ਰਾਜੇ ਨੇ ਭਰਤਰੀ ਜੀ ਨੇ ਨਹੀਂ ਲਿਆ। 3 ਹੇਤ ਕਰ, ਉਹਦੇ 3 ਕਾਰਨ ਹੇਤੂ ਸਨ। ਤੇ ਚੀਨ ਆਪ, ਉਹਨਾਂ ਨੇ ਇਹ ਜਾਣ ਕੇ ਚੰਗੀ ਤਰ੍ਹਾਂ ਵੀ ਇਹ ਮੇਰੇ ਲੈਣ ਯੋਗ ਨਹੀਂ ਹੈ, ਇਸ ਕਰਕੇ ਉਹਨਾਂ ਨੇ ਇਹ ਪਦਾਰਥ ਨਹੀਂ ਲਿਆ। ਸੋ ਇਹ ਪਦਾਰਥ ਕਿਉਂ ਨਹੀਂ ਲਿਆ ਉਹ ਹੁਣ ਅਗਲੇ ਸੋਰਠ 'ਚ ਦੱਸਣਗੇ। ਸੋਲਠਾ ਰਾਜ ਅੰਸ਼ ਸਮ ਰਕਤ ਭੋਗ ਭੋਗ ਨਾ ਵਿਰਕਤ ਕੋ। ਰਾਜ ਅੰਸ਼ ਸਮ ਰਕਤ। ਤੁਹਾਡੇ ਕੋਲ ਪਾਠ ਕੀ ਹੈ? ਰਾਜ ਅੰਸ਼ ਸਮ ਰਕਤ। ਰਾਜ ਅੰਸ਼ ਜਿਹੜੀ ਰਾਜਿਆਂ ਦੀ ਪ੍ਰੋਪਰਟੀ, ਰਾਜਿਆਂ ਦਾ ਖਾਣਾ ਪੀਣਾ, ਰਾਜਿਆਂ ਦਾ ਮਤਲਬ ਰਾਜਿਆਂ ਦੀ ਅੰਸ਼ ਹੁੰਦੀ ਹੈ, ਉਹਨਾਂ ਦੀ ਮਾਇਆ ਹੁੰਦੀ ਹੈ, ਉਹ ਖੂਨ ਵਰਗੀ ਹੁੰਦੀ। ਸਮ ਰਕਤ ਕਿਹਨਾਂ ਵਾਸਤੇ? ਸਾਧੂਆਂ ਵਾਸਤੇ ਲਹੂ ਪੀਣ ਦੇ ਬਰਾਬਰ ਹੈ। ਕਿਉਂਕਿ ਉਹ ਲੋਕਾਂ ਦੀ ਮਿਹਨਤ ਪਸੀਨੇ ਦੀ ਕਮਾਈ ਹੁੰਦੀ ਹੈ, ਗਰੀਬ ਲੋਕਾਂ ਦੀ। ਰਾਜੇ ਨੇ ਟੈਕਸ ਕਰਕੇ ਇਕੱਠਾ ਲਾ ਕੇ ਲੋਕਾਂ ਤੋਂ ਲਿਆ ਹੁੰਦਾ। ਹਾਂਜੀ। ਇਸ ਕਰਕੇ ਭੋਗ ਯੋਗ ਨਾ ਵਿਰਕਤ ਕੋ। ਜਿਹੜਾ ਵਿਰਕਤ ਸਾਧੂ ਹੈ ਉਹਨੂੰ ਉਹ ਪਦਾਰਥ ਜਿਹੜੇ ਨੇ ਵਰਤਣੇ ਯੋਗ ਨਹੀਂ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਲਾਲੋ ਦੇ ਘਰ ਦਾ ਪ੍ਰਸ਼ਾਦਾ ਤਾਂ ਛਕ ਲਿਆ, ਪਰ ਮਰਗ ਭਾਗੋ ਦੇ ਘਰ ਦਾ ਨਹੀਂ ਛਕਿਆ, ਕਿਉਂ ਰਾਜਾ ਸੀ ਉਹ। ਤੇ ਉਹਦੇ ਘਰ ਗਰੀਬਾਂ ਦੇ ਪਾਪਾਂ ਦੀ ਕਮਾਈ ਇਕੱਠੀ ਹੋਈ ਪਈ ਸੀ। ਮਹਾਰਾਜ ਨੇ ਉਹ ਦਿਖਾ ਵੀ ਦਿੱਤਾ, ਪ੍ਰਤੱਖ ਹੈ ਨਾ। ਇਸ ਕਰਕੇ ਕਹਿੰਦੇ ਵੀ ਬਿਰਕਤ ਨੂੰ ਭੋਗਣ ਯੋਗ ਨਹੀਂ ਹੈ ਉਹ ਜਿਹੜਾ ਰਾਜੇ ਦੇ ਘਰ ਦਾ ਪਦਾਰਥ ਹੈ, ਇਸ ਕਰਕੇ ਨਹੀਂ ਲਿਆ। ਦਾਨ ਰਕਤ ਬਿਨ ਭਗਤ। ਦੂਜਾ ਕਾਰਨ ਇਹ ਹੈ ਵੀ ਰਾਜਾ ਤੂੰ ਜਿਹੜਾ ਮੈਨੂੰ ਦੇ ਰਿਹਾ, ਭਰਤਰੀ ਜੀ ਕਹਿੰਦੇ ਆ, ਉਹ ਸ਼ਰਧਾ ਤੋਂ ਬਿਨਾਂ ਦੇ ਰਿਹਾ।
ਭਗਤੀ ਕੋਈ ਨਹੀਂ, ਉਦਾਂ ਹੀ ਆਸਾਨ ਜਿਤਾਉਣ ਵਾਸਤੇ ਇੱਕ ਆਪਣੇ ਮਨ ਦੀ ਮੌਜ ਵਾਸਤੇ ਦੇ ਰਿਹਾ, ਪ੍ਰੇਮ ਨਾਲ ਨਹੀਂ ਦੇ ਰਿਹਾ। ਹਾਂਜੀ। ਤਬ ਮਮ ਸਮਪਦ ਹੇਤ ਤਰੈ। ਤੀਜਾ ਕਾਰਨ ਇਹ ਹੈ ਵੀ ਤੇਰੀ ਤੇ ਮੇਰੀ ਪਦਵੀ ਇੱਕ ਹੈ, ਤੂੰ ਵੀ ਰਾਜਾ ਮੈਂ ਵੀ ਰਾਜਾ, ਤੋ ਇੱਕੋ ਜਿਹੇ ਅਧਿਕਾਰ ਹੋਣ ਕਰਕੇ ਪਹਿਲੀ ਗੱਲ ਹੈ ਵੀ ਰਾਜੇ ਦਾ ਅੰਸ਼ ਵਿਰਕਤਾ ਨੂੰ ਲੈਣਾ ਨਹੀਂ ਚਾਹੀਦਾ। ਦੂਜਾ ਰਾਜਾ ਦੇ ਸ਼ਰਧਾ ਨਾਲ ਨਹੀਂ ਰਿਹਾ, ਤੇ ਤੀਜਾ ਰਾਜਾ ਤੇ ਮੇਰਾ ਪਦ ਬਰਾਬਰ ਹੈ। ਇਸ ਕਰਕੇ ਰਾਜਾ ਜੀ ਭਰਤਰੀ ਜੀ ਮਹਾਰਾਜ ਨੇ ਉਸ ਰਾਜੇ ਦਾ ਦਿੱਤਾ ਹੋਇਆ ਦਾਨ ਸਵੀਕਾਰ ਨਹੀਂ ਕੀਤਾ। ਦੋਹਰਾ ਤੂੰ ਰਾਜਾ ਰਾਜਾ ਅਹੰ ਅਧਿਕ ਭੇਦ ਕਛ ਨਾਹੇ। ਭਰਤਰੀ ਜੀ ਮਹਾਰਾਜ ਨੂੰ ਉਸ ਰਾਜੇ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਤੁਸੀਂ ਤੇ ਮੈਂ ਇੱਕੋ ਜਿਹੇ ਕਿਵੇਂ ਹੋ ਗਏ? ਮੈਂ ਰਾਜਾ ਹਾਂ, ਤੁਸੀਂ ਸਾਧ ਫਕੀਰ ਹੋ, ਤੁਹਾਡੇ ਲੰਗੋਟੀ ਲਾਈ ਹੈ, ਹੋਰ ਕੁਛ ਵੀ ਨਹੀਂ, ਪਿੰਡੇ ਤੇ ਗਰੀਬੀ 'ਚ ਨੰਗੇ ਭੁੱਖੇ ਹੈ ਨਾ ਵਿਰਕਤ ਫਿਰਦੇ ਹੋ, ਤੇ ਮੈਂ ਐਡਾ ਵੱਡਾ ਰਾਜਾ ਹਾਂ, ਤੁਹਾਡਾ ਮੇਰਾ ਮਤਲਬ ਸਮਾਨ ਭਾਵ ਕਿਵੇਂ ਹੋ ਸਕਦਾ? ਤਾਂ ਹੁਣ ਉਹਨੂੰ ਦੱਸਦੇ ਨੇ ਤੂੰ ਰਾਜਾ, ਤੂੰ ਵੀ ਰਾਜਾ, ਰਾਜਾ ਅਹੰ ਮੈਂ ਵੀ ਰਾਜਾ ਹਾਂ, ਅਧਿਕ ਭੇਦ ਕਛ ਨਾ ਹੈ, ਕੋਈ ਬਹੁਤਾ ਫਰਕ ਨਹੀਂ ਤੇਰੇ ਮੇਰੇ ਵਿੱਚ। ਤੁਮੂ ਚਤਰ ਬਿਦ ਚਮੂ ਕਰ ਕਰੋ ਗਰਭ ਮਨ ਮਾਹੇ। ਤੇਰੇ ਕੋਲ ਚਤਰੰਗਨੀ ਸੈਨਾ, ਹਾਥੀ ਘੋੜਾ ਰੱਥ ਤੇ ਪੈਦਲ, ਇਹ ਚਾਰ ਤਰ੍ਹਾਂ ਦੀ ਫੌਜ ਨੂੰ ਚਤਰੰਗਨੀ ਫੌਜ ਕਹਿੰਦੇ ਨੇ। ਤੇ ਤੇਰੇ ਕੋਲ ਚਤਰੰਗਣੀ ਫੌਜ ਹੈ, ਮੇਰੇ ਕੋਲ ਵੀ ਚਤਰੰਗਣੀ ਫੌਜ ਹੈ। ਤੂੰ ਉਹਨਾਂ ਚਾਰ ਪ੍ਰਕਾਰ ਦੀਆਂ ਫੌਜਾਂ ਦਾ ਮਾਣ ਕਰਦਾ। ਤੁਮੂ ਚਤੁਰਬਿਦ ਚਮੂ ਕਰ ਕਰੋ ਗਰਭ ਮਨ ਮਾਹੇ, ਤੂੰ ਹੰਕਾਰ ਕਰਦਾ ਆਪਣੇ ਮਨ ਦੇ ਵਿੱਚ। ਹਾਂਜੀ। ਦੋਹਰਾ ਮਨ ਬੁੱਧ ਚਿਤ ਅਹੰ ਚਤਰ ਸੈਨਾ ਪ੍ਰਬਲ ਪ੍ਰਵੀਨ। ਮੇਰੇ ਕੋਲ ਜਿਹੜੀ ਸੈਨਾ ਹੈ ਉਹ ਮੇਰੇ ਅੰਤःਕਰਣ ਦੀਆਂ ਸੂਖਮ ਬਿਰਤੀਆਂ ਹਨ, ਮਨ ਬੁੱਧੀ ਚੇਤ ਅਤੇ ਅਹੰਕਾਰ। ਇਹ ਮੇਰੀਆਂ ਜਿਹੜੀਆਂ ਨੇ ਚਾਰ ਪ੍ਰਕਾਰ ਦੀਆਂ ਸੈਨਾ ਨੇ, ਪ੍ਰਬਲ ਬਲ ਵਾਲੀਆਂ, ਪ੍ਰਵੀਨ ਸਿਆਣੀਆਂ। ਲਬਦ ਗੁਰੂ ਕੀ ਸੇਵ ਕਰ ਹਮ ਉਨਤ ਇਤ ਪੀਨ। ਤੇ ਇਹ ਜਿਹੜੀ ਚਾਰ ਪ੍ਰਕਾਰ ਦੀ ਸੈਨਾ ਸਾਨੂੰ ਮਨ ਬੁੱਧ ਚੇਤ ਅਹੰਕਾਰ ਅੰਤःਕਰਣ ਦੀਆਂ ਬਿਰਤੀਆਂ ਮਿਲੀਆਂ ਨੇ, ਇਹ ਗੁਰਾਂ ਦੀ ਸੇਵਾ ਕਰਕੇ ਮਿਲਦੀਆਂ ਨੇ। ਇਸ ਕਰਕੇ ਅਸੀਂ ਉન્નਤ ਹਾਂ, ਤੇਰੇ ਨਾਲੋਂ ਤਗੜੇ ਹਾਂ, ਪੀਨ ਵਾਲੇ ਤਗੜੇ ਹਾਂ। ਦੋਹਰਾ ਬਹੁ ਪ੍ਰਕਾਰ ਕੇ ਧਨੋਂ ਕਰ ਤੁਮ ਪ੍ਰਸਿੱਧ ਜਗ ਮਾਹੇ। ਬਹੁਤ ਪ੍ਰਕਾਰ ਦੇ ਧਨ ਕਰਕੇ ਮਹਾਰਾਜਾ ਜੀ ਤੁਸੀਂ ਪ੍ਰਸਿੱਧ ਹੋ। ਤੁਹਾਡੇ ਕੋਲ ਹਾਥੀ ਘੋੜੇ ਪਸ਼ੂ ਧਨ ਹੀਰੇ ਮੋਤੀ ਸੋਨਾ ਚਾਂਦੀ ਕਿਲੇ ਕੋਟ ਮਹਿਲ ਮਾੜੀਆਂ ਰਾਣੀਆਂ ਬਹੁਤ ਮਤਲਬ ਪਦਾਰਥ ਤੁਹਾਡੇ ਕੋਲ ਹੈਗੇ ਨੇ, ਹੈ ਨਾ। ਇਸ ਕਰਕੇ ਤੁਸੀਂ ਪ੍ਰਸਿੱਧ ਹੋ ਵੀ ਇਹਦੇ ਕੋਲ ਬਹੁਤ ਕੁਛ ਹੈ। ਜਿਹਦੇ ਕੋਲ ਬਹੁਤ ਮਾਲ ਧਨ ਹੁੰਦਾ ਉਹ ਵੀ ਦੁਨੀਆ 'ਤੇ ਬੜਾ ਪ੍ਰਸਿੱਧ ਹੁੰਦਾ। ਰਾਜਾ ਹੈ ਤੂੰ ਤਾਂ, ਇਸ ਕਰਕੇ ਤੂੰ ਪ੍ਰਸਿੱਧ ਹੈ। ਹਮ ਨਿਜ ਨਿਰਮਲ ਗੁਣੋ ਕਰ ਪ੍ਰਗਟ ਦਸੋ ਦਿਸ ਆਹੇ। ਅਸੀਂ ਆਪਣੇ ਨਿਰਮਲ ਗੁਣਾ ਕਰਕੇ ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਉ ਦਾ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਇਹੋ ਜਿਹੀ ਅਵਸਥਾ ਪ੍ਰਾਪਤ ਕਰਨ ਕਰਕੇ ਅਸੀਂ ਪ੍ਰਸਿੱਧ ਹਾਂ ਜਗਤ ਵਿੱਚ ਵੀ ਸਾਧੂ ਸੰਤ ਮਹਾਤਮਾ ਮਹਾਂਪੁਰਸ਼। ਭਰਤਰੀ ਜੀ ਦੇਖਿਆ ਜਾਵੇ ਤੇ ਰਾਜੇ ਨੂੰ ਵਿਚਾਰੇ ਨੂੰ ਹੁਣ ਕੋਈ ਪੁੱਛਦਾ ਨਹੀਂ, ਤੇ ਭਰਤਰੀ ਜੀ ਤਾਂ ਅਜੇ ਵੀ ਬੈਠੇ ਆ ਨਾ। ਇਸ ਕਰਕੇ ਅਸੀਂ ਪ੍ਰਸਿੱਧ ਹਾਂ ਜਗਤ ਵਿੱਚ। ਬੀਜ ਪੁਸਤਕੋਂ ਕਵ ਜਨੋ ਗਾਇਓ ਹਮਰੋ ਗੀਤ। ਬੀਜ ਪੁਸਤਕੋਂ ਕਵੀ ਜਨੋ, ਪੁਸਤਕਾਂ ਦੇ ਵਿੱਚ ਕਵੀ ਜਨਾਂ ਨੇ ਸਾਡੇ ਗੀਤ ਗਾਏ ਨੇ। ਸੰਤਾਂ ਦੀ ਮਹਿਮਾ, ਸੰਤਨ ਕੀ ਮਹਿਮਾ ਕੌਣ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਸਾਧ ਕੀ ਸੋਭਾ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਵੇਦ ਵੀ ਮਹਿਮਾ ਨਹੀਂ ਜਾਣਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਬੀਜ ਪੁਸਤਕੋਂ ਕਵੀ ਜਨੋ, ਕਵੀ ਜਨਾਂ ਨੇ ਪੁਸਤਕਾਂ ਦੇ ਵਿੱਚ ਗਾਇਓ ਹਮਰੋ ਗੀਤ, ਸਾਡੇ ਗੀਤ ਗਾਏ ਨੇ, ਸੋਹਿਲੇ ਗਾਏ ਨੇ, ਸਾਧੂਆਂ ਦੀ ਮਹਿਮਾ ਗਾਈ ਹੈ। ਓ ਭੂਪਤ ਸੰਸਾਰ ਮਹਿ ਮੈਂ ਪ੍ਰਸਿੱਧ ਇਤ ਰੀਤ। ਓ ਭੂਪਤ ਹੈ ਰਾਜਾ, ਸੰਸਾਰ ਵਿੱਚ ਸੰਸਾਰ ਮਹਿ ਮੈਂ ਪ੍ਰਸਿੱਧ ਇਤ ਰੀਤ। ਮੈਂ ਇਸ ਤਰ੍ਹਾਂ ਪ੍ਰਸਿੱਧ ਹਾਂ, ਤੂੰ ਉਸ ਤਰ੍ਹਾਂ ਪ੍ਰਸਿੱਧ ਹੈ। ਤੂੰ ਪ੍ਰਸਿੱਧ ਹੈ ਆਪਣੇ ਮਾਇਆ ਕਰਕੇ, ਤੇ ਮੈਂ ਪ੍ਰਸਿੱਧ ਹਾਂ ਨਿਰਮਲ ਗੁਣਾ ਕਰਕੇ। ਹਾਂਜੀ। ਭੂਕੇ ਕੋਟ ਵਿਭਾਗ ਕਰ ਕਣ ਲਵਾਸ ਤੇ ਪਾਏ। ਕਹਿੰਦੇ ਧਰਤੀ ਦੇ ਕਰੋੜਾਂ ਹਿੱਸੇ ਕੀਤੇ ਜਾਣ, ਨਿੱਕੇ ਨਿੱਕੇ ਟੁਕੜੇ, ਹਰਿਆਣਾ, ਪੰਜਾਬ, ਹਿਮਾਚਲ, MP, UP, ਬਿਹਾਰ, ਇੱਦਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ
ਸਰਕਲਾਂ ਦੇ ਹਿਸਾਬ ਨਾਲ, ਪਿੰਡਾਂ ਦੇ ਹਿਸਾਬ ਨਾਲ ਜੇ ਧਰਤੀ ਦਾ ਹਿੱਸਾ ਕਰੀਏ ਕਰੋੜਾਂ ਬਣ ਜਾਂਦੇ। ਉਹਦੇ ਵਿੱਚੋਂ ਕਣ ਲਵਾਂਸ, ਲੱਭ ਕਹਿੰਦੇ ਜਿਹੜਾ ਮੂੰਹ 'ਚ ਆਪਾਂ ਥੁੱਕ ਸੁੱਟਦੇ ਹਾਂ, ਲੱਭ ਵੀ ਕਹਿ ਦਿੰਦੇ ਆ, ਉਹਦਾ ਅੰਸ਼ ਥੋੜ੍ਹਾ ਜਿਹਾ ਬਿੰਦੂ ਜਿੰਨਾ, ਉਨੀ ਕੁ ਕਣਕ ਜਿੰਨੀ, ਲਵਾਂਸ ਜਿੰਨੀ, ਥੁੱਕ ਦੇ ਬਿੰਦੂ ਜਿੰਨੀ ਧਰਤੀ ਤੇਰੇ ਹਿੱਸੇ ਆਈ ਹੈ। ਯਾਨੀ ਤੂੰ 10, 20, 50, 100 ਪਿੰਡਾਂ ਦਾ ਰਾਜਾ ਹੈ। ਪਹਿਲਾਂ ਏਡੇ ਏਡੇ ਰਾਜੇ ਹੁੰਦੇ ਸੀ 100, 200 ਪਿੰਡਾਂ ਦੇ, ਬਹੁਤੇ ਵੱਡੇ ਵੀ ਹੋਣ ਤਾਂ ਵੀ ਧਰਤੀ ਸਾਰੀ ਦੇ ਰਾਜੇ ਤੇ ਨਹੀਂ ਹੋ ਸਕਦੇ। ਕਹਿੰਦੇ ਵੀ ਥੋੜ੍ਹਾ ਜਿਹਾ ਹਿੱਸਾ ਧਰਤੀ ਦਾ ਤੇਰੇ ਹਿੱਸੇ ਆਇਆ ਹੈ, ਉਹ ਤੂੰ ਪ੍ਰਾਪਤ ਕਰਕੇ ਤਾਂ ਕਰ ਤੂੰ ਉન્નਤ ਭਇਓ, ਰੋਚ ਵਹੀਨ ਦਰਸਾਏ। ਉਹ ਥੋੜ੍ਹੇ ਜਿਹੇ ਪਿੰਡਾਂ ਦਾ ਰਾਜ ਕਰਨ ਕਰਕੇ, ਧਰਤੀ ਦੇ ਥੋੜ੍ਹੇ ਜਿਹੇ ਟੁਕੜੇ ਦਾ ਰਾਜ ਕਰਨ ਕਰਕੇ ਤੂੰ ਵੱਡਾ ਹੋ ਗਿਆ, ਉੱਨਤ ਭਇਓ। ਪਰ ਅੰਦਰੋਂ ਰੁਚ ਵਿਹੀਨ ਦਰਸਾਏ, ਸਾਨੂੰ ਸ਼ਰਧਾ ਤੋਂ ਹੀਣਾ ਦਿਸਦਾ। ਤੇਰੇ ਅੰਦਰ ਪ੍ਰੇਮਾ ਭਗਤੀ ਨਹੀਂ, ਤੇਰੇ ਅੰਦਰ ਸ਼ਰਧਾ ਨਹੀਂ। ਬੋਧ ਨਜਾਤਮ ਰਾਜ ਕਰ, ਹਮ ਗਰਬਤ ਔਰ ਮਾਹੇ। ਅਸੀਂ ਵੀ ਮਾਣ ਕਰਦੇ ਹਾਂ, ਅਸੀਂ ਵੀ ਹੰਕਾਰ ਕਰਦੇ ਹਾਂ, ਤੂੰ ਕਰਦਾ ਆਪਣੇ ਰਾਜ ਦਾ, ਅਸੀਂ ਆਪਣੀ ਆਤਮਾ ਦੇ ਗਿਆਨ ਦਾ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਤੁਮਾਰਾ ਨਿਗਾਹਸਤ ਲਸ਼ਕਰ ਵਾ ਜ਼ਰ, ਕਿ ਮਾਰਾ ਪਨਾਹਸਤ ਜਾਇਦਾ ਸ਼ੁਕਰ। ਔਰੰਗਜ਼ੇਬ ਤੈਨੂੰ ਆਪਣੀਆਂ ਫੌਜਾਂ ਦਾ, ਆਪਣੇ ਘੋੜਿਆਂ, ਹਾਥੀਆਂ, ਲਾਓ ਲਸ਼ਕਰਾਂ ਦਾ ਮਾਣ ਹੈ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਉਹਦੇ ਸ਼ੁਕਰ ਦਾ ਭਰੋਸਾ, ਅਸੀਂ ਉਹਦੇ ਰੰਗ 'ਚ ਹਾਂ। ਬੋਝ ਨਿਜਾਤਮ, ਨਿਜ ਆਤਮ, ਆਪਣੀ ਆਤਮਾ ਦਾ ਬੋਧ ਹੋਣ ਕਰਕੇ ਰਾਜ ਕਰੇ, ਸਾਨੂੰ ਰਾਜ ਮਿਲਿਆ। ਅਸੀਂ ਮਹਾਰਾਜੇ ਹਾਂ ਕਿਉਂਕਿ ਅਸੀਂ ਸਾਰੀ ਦੁਨੀਆ ਦੇ ਮਾਲਕ ਹਾਂ। ਹਮ ਬ੍ਰਹਮ ਅਸਮੀ, ਗਿਆਨ ਅੰਦਰ ਪ੍ਰਗਟ ਹੋਇਆ। ਹਮ ਗਰਬਤ ਔਰ ਮਾਏ, ਅਸੀਂ ਮਾਣ ਕਰਦੇ ਹਾਂ ਅਸੀਂ ਹਮ ਬ੍ਰਹਮ ਹਾਂ। ਸਰੀਰ ਕਰਕੇ ਨਹੀਂ ਕਹਿ ਰਹੇ, ਆਤਮ ਸਰੂਪ ਕਰਕੇ ਕਹਿ ਰਹੇ ਨੇ। ਨਾਹੇ ਕਰੇ ਹਮ ਚਾਹੇ ਤਬ, ਹੇ ਮਾਨਦ ਨਰ ਨਾਹੇ। ਨਾਹੇ ਕਰੇ ਹਮ ਚਾਹੇ ਤੋ, ਹੇ ਰਾਜਾ ਅਸੀਂ ਨਹੀਂ ਚਾਹਨਾ ਕਰਦੇ ਤੇਰੀ, ਤੇਰੇ ਤੋਂ ਅਸੀਂ ਕੋਈ ਮੰਗਦੇ ਨਹੀਂ ਵੀ ਤੂੰ ਸਾਨੂੰ ਕੋਈ ਦਵੇਂਗਾ ਤੇ ਖਾਵਾਂਗੇ। ਹੇ ਮਾਨਵ ਨਰ ਨਾਹੇ, ਹੇ ਮਨੁੱਖਾਂ ਦੇ ਨਰ ਨਾਹੇ, ਨਰ ਨਾਹੇ ਦਾ ਰਾਜਾ, ਤੂੰ ਮਨੁੱਖਾਂ ਦਾ ਰਾਜਾ ਹੈ। ਈਸ਼ਵਰ ਅੰਸ਼ ਅਥੇਤ ਲਖ, ਮਾਨ ਹਾਨ ਅਗ ਹੋਗ। ਪਰ ਅਸੀਂ ਤੇਰਾ ਮਾਣ ਫਿਰ ਵੀ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਤੂੰ ਈਸ਼ਵਰ ਦੀ ਅੰਸ਼ ਹੈ। ਵੀ ਈਸ਼ਵਰ ਦੀ ਅੰਸ਼ ਰਾਜੇ ਮੰਨੇ ਜਾਂਦੇ ਆ। ਗੀਤਾ ਵਿੱਚ ਵੀ ਲਿਖਿਆ ਵੀ ਪੁਰਖਾਂ ਵਿੱਚ ਰਾਜਾ ਮੈਂ ਹਾਂ। ਭਗਵਾਨ ਕਹਿੰਦੇ ਵੀ ਜਿੰਨੇ ਪੁਰਸ਼ ਨੇ ਸੰਸਾਰ 'ਚ ਉਹਨਾਂ 'ਚ ਰਾਜਾ ਮੈਂ, ਦਾ ਮਤਲਬ ਵੀ ਰਾਜਾ ਪੁਰਖਾਂ 'ਚ ਸ੍ਰੇਸ਼ਟ ਹੁੰਦਾ, ਲੋਕਾਂ ਦਾ ਆਗੂ ਹੁੰਦਾ, ਸਮਾਜ ਦਾ। ਅੰਸਾ ਅਵਤਾਰ ਵੀ ਰਾਜਾ ਨੂੰ ਕਹਿੰਦੇ ਨੇ। ਅੰਸਾ ਅਵਤਾਰ ਉਪਾਇਨ ਪਾਉ ਦੂਜਾ ਕੀ ਆ। ਰਾਜੇ ਜਿਹੜੇ ਅੰਸਾ ਅਵਤਾਰ ਹੁੰਦੇ ਨੇ ਉਹਨਾਂ 'ਚ ਪਰਮੇਸ਼ਰ ਦੀ ਅੰਸ਼ ਹੁੰਦੀ ਹੈ। ਕਹਿੰਦੇ ਇਸ ਕਰਕੇ ਵੀ ਤੇਰਾ ਸਤਿਕਾਰ ਕਰਦੇ ਆ। ਦੂਜਾ ਅਤਿਥ ਲੱਖ, ਤੂੰ ਅਤਿਥੀ ਹੈ ਸਾਡੇ ਘਰ, ਮਤਲਬ ਪ੍ਰਾਹੁਣਾ ਮਹਿਮਾਨ ਬਣ ਕੇ ਆਇਆ ਸਾਡੀ ਕੁਟੀਆ 'ਤੇ ਜਾਂ ਸਾਡੇ ਆਸ਼ਰਮ 'ਤੇ, ਜੰਗਲ 'ਚ। ਮਾਨ ਹਾਨ ਅਗਹੋਤ, ਜੇ ਤੇਰਾ ਅਪਮਾਨ ਕਰਦੇ ਆ ਉਹਦਾ ਪਾਪ ਲੱਗਦਾ। ਹਮ ਕਰ ਤੁਮ ਸਿਓ ਤ੍ਰਿਪਦ ਹੋ, ਮਾਨ ਦਾਨ ਕੇ ਯੋਗ। ਕਹਿੰਦੇ ਇਸ ਕਰਕੇ ਸਾਡੇ ਹਮ ਕਰ ਤੁਮ ਇਉ ਤ੍ਰਿਪਦ ਹੋ, ਮਾਨ ਦਾਨ ਕੇ ਯੋਗ, ਸਾਡੇ ਕਰਕੇ, ਸਾਡੇ ਦੁਆਰਾ ਤੂੰ 3 ਪ੍ਰਕਾਰ ਦੇ ਨਾਲ ਮਾਨ ਦਾਨ ਦੇ ਯੋਗ ਹੈ। ਯਾਨੀ ਅਸੀਂ ਤੈਨੂੰ ਦਾਨ ਮਾਨ ਦੇਣਾ ਹੈ। ਤੂੰ ਸਾਡੇ ਕੋਲ ਆਇਆ, ਇੱਕ ਤੂੰ ਈਸ਼ਵਰ ਅੰਸ਼ ਰਾਜਾ ਹੈ, ਸਾਡਾ ਫਰਜ਼ ਹੈ ਅਸੀਂ ਤੈਨੂੰ ਕੁਝ ਦੇਈਏ, ਤੂੰ ਲਵੇਂ। ਦੂਜਾ ਤੂੰ ਸਾਡੇ ਘਰ ਮਹਿਮਾਨ ਹੈ। ਤੀਜਾ ਤੇਰਾ ਜੇ ਅਪਮਾਨ ਕਰਦੇ ਉਹਦਾ ਪਾਪ ਹੁੰਦਾ। ਇਸ ਕਰਕੇ ਅਸੀਂ 3 ਕਾਰਨਾਂ ਕਰਕੇ ਤੇਰਾ ਸਨਮਾਨ ਹੀ ਕਰਦੇ ਹਾਂ, ਬਲਕਿ ਤੈਨੂੰ ਦੇਣਾ ਚਾਹੁੰਦੇ ਹਾਂ, ਤੇਰੇ ਤੋਂ ਲੈਣਾ ਨਹੀਂ ਚਾਹੁੰਦੇ। ਹਾਂਜੀ। ਸੋਰਠਾ ਜਾਚ ਕਾਦ ਕਰ ਭੂਪ, ਮਾਨ ਦਾਨ ਕੇ ਯੋਗ ਤੁਮ। ਇਹ ਰਾਜਾ ਜਿਵੇਂ ਜਾਚਕ ਮੰਗਤਿਆਂ ਦੁਆਰਾ, ਜਦੋਂ ਤੂੰ ਉਹਨਾਂ ਜਾਚਕ ਮੰਗਤਿਆਂ ਨੂੰ ਦਾਨ ਦਿੰਦਾ ਉਹ ਤੇਰਾ ਮਾਣ ਕਰਦੇ ਨੇ, ਤੇਰਾ ਸਤਿਕਾਰ ਕਰਦੇ ਨੇ। ਤਿਉ ਹਮ ਤੇ ਤਵ ਊਪ, ਹੋਤ ਨ ਸਮਤਾ ਭਾਵ ਤੇ। ਉਹ ਮੰਗਤੇ ਤੇਰੇ ਤੋਂ ਲੈਂਦੇ ਨੇ, ਤੇਰੀ ਉਪਮਾ ਕਰਦੇ ਨੇ। ਉਸ ਤਰ੍ਹਾਂ ਉਹਨਾਂ ਮੰਗਤਿਆਂ ਦੀ ਤਰ੍ਹਾਂ ਸਾਡੇ ਕੋਲੋਂ ਤੇਰੀ ਉਪਮਾ ਨਹੀਂ ਹੋ ਸਕਦੀ। ਤਿਉ ਹਮ ਤੇ ਤਵ ਊਪ ਹੋਤ ਨ, ਸਾਡੇ ਤੋਂ ਤੇਰੀ ਉਪਮਾ ਨਹੀਂ ਹੋ ਸਕਦੀ, ਅਸੀਂ ਨਹੀਂ ਕਰ ਸਕਦੇ। ਜਿਵੇਂ ਮੰਗਤਿਆਂ ਨੇ ਤਾਂ ਤੇਰੇ ਅੱਗੇ ਹੱਥ ਅੱਡਣਾ, ਤੇਰੇ ਤੋਂ ਕੋਲ ਲੈਣਾ, ਫਿਰ ਤੈਨੂੰ ਕਹਿਣਾ ਬਹੁਤ ਰਾਜਾ ਚੰਗਾ ਜੀ, ਰਾਜੇ ਨੇ ਸਾਡਾ ਮਤਲਬ ਬਹੁਤ ਖਿਆਲ ਕੀਤਾ, ਸਾਨੂੰ ਧਨ ਦਿੱਤਾ, ਅਸ਼ੀਰਵਾਦ ਦੇਣੀਆਂ ਨੇ ਤੇਰੇ ਸੋਹਲੇ ਸਵਈਏ ਬਣਾ ਕੇ ਗਾਣੇ ਨੇ। ਅਸੀਂ ਨਹੀਂ ਕਰ ਸਕਦੇ ਕਿਉਂਕਿ ਸਮਤਾ ਭਾਵ ਤੇ ਅਸੀਂ ਵੀ ਰਾਜੇ ਹਾਂ।
ਤੂੰ ਵੀ ਰਾਜਾ, ਤੇਰੀ ਅਸੀਂ ਕਿਵੇਂ ਉਪਮਾ ਕਰੀਏ, ਤੇਰੇ ਬਰਾਬਰ ਤੇ ਅਸੀਂ ਹੈ ਹੀ ਆ, ਤੇਰੇ ਤੋਂ ਵੱਡੇ ਆ ਬਲਕਿ। ਦੋਹਰਾ ਕਿੰਚਿਤ ਤਵ ਮਮ ਸਾਮਤਾ ਬਹਿਓ ਗੁਣੋ ਕਰ ਚੀਨ। ਕੁਝ ਤੇਰੀ ਤੇ ਮੇਰੀ ਬਰਾਬਰੀ ਹੈ ਬਾਹਰਲੇ ਗੁਣਾ ਕਰਕੇ, ਜਿਹੜੇ ਦੱਸੇ ਗਏ ਨੇ। ਉੱਪਰ ਦੱਸਿਆ ਗਿਆ ਵੀ ਤੇਰੇ ਕੋਲ ਤ੍ਰੈ ਪ੍ਰਕਾਰ ਦੀ ਸੈਨਾ, ਮੇਰੇ ਕੋਲ ਵੀ ਮਤਲਬ ਤੇਰੇ ਕੋਲ ਵੀ ਚਤੁਰ ਪ੍ਰਕਾਰ ਦੀ ਸੈਨਾ, ਮੇਰੇ ਕੋਲ ਵੀ ਚਤੁਰ ਪ੍ਰਕਾਰ ਦੀ ਸੈਨਾ। ਹਾਂਜੀ, ਤੂੰ ਧਰਤੀ ਦੇ ਥੋੜ੍ਹੇ ਜਿਹੇ ਹਿੱਸੇ ਦਾ ਰਾਜਾ, ਅਸੀਂ ਆਪਣੀ ਆਤਮਾ ਦੇ ਬਾਦਸ਼ਾਹ ਹਾਂ। ਇਸ ਕਰਕੇ ਇਹ ਬਾਹਰਲੀਆਂ ਗੱਲਾਂ ਤੈਨੂੰ ਦੱਸਦੀਆਂ ਨੇ। ਤੇ ਬਾਹੇ ਗੁਣੋਂ ਕਰ ਚੀਨ, ਕੁਝ ਤੇਰੀ ਮੇਰੀ ਥੋੜ੍ਹੀ ਜਿੰਨੀ ਬਰਾਬਰੀ ਹੈ, ਉਹ ਬਾਹਰਲੇ ਗੁਣਾਂ ਕਰਕੇ ਹੈ। ਰਾਜਾ ਅੰਤਰ ਮੋ ਅੰਤਰੋ ਹਮ ਅਧੀਨ ਤੁਮ ਦੀਨ। ਪਰ ਅੰਦਰਲੇ ਰਾਜ 'ਚ ਬੜਾ ਫਰਕ ਹੈ। ਰਾਜ ਅੰਤਰ, ਮੈਂ ਅੰਤਰੋ, ਅੰਤਰੋ ਮੈਨੇ ਫਰਕ। ਅੰਦਰਲੇ ਰਾਜ ਦੇ ਵਿੱਚ, ਰਾਜ ਅੰਤਰ ਉਹਨੇ ਅੰਦਰਲਾ ਰਾਜ ਜਿਹੜਾ, ਉਹਦੇ ਵਿੱਚ ਬੜਾ ਫਰਕ, ਅੰਤਰ ਹੈ, ਫਰਕ ਹੈ। ਹਮ ਅਧੀਨ, ਅਸੀਂ ਅਧੀਨ ਹਾਂ, ਸਾਨੂੰ ਕਿਸੇ ਅੱਗੇ ਝੁਕਣਾ ਨਹੀਂ ਪੈਂਦਾ, ਬੇਪਰਵਾਹ ਹਾਂ। ਤੁਮ ਦੀਨ, ਤੈਨੂੰ 100 ਬੰਦਿਆਂ ਦੀ ਮੁਥਾਜੀ ਹੈ, ਲੋਕਾਂ ਨੂੰ ਵੀ ਸੈੱਟ ਕਰਕੇ ਰੱਖਣਾ, ਪ੍ਰਜਾ ਨੂੰ ਖੁਸ਼ ਰੱਖਣਾ, ਦੁਸ਼ਮਣਾਂ ਤੋਂ ਵੀ ਆਪਣੇ ਦੇਸ਼ ਨੂੰ ਬਚਾਉਣਾ, ਆਪਣੇ ਮੰਤਰੀਆਂ ਤੋਂ, ਆਪਣੀ ਰਾਣੀਆਂ ਤੋਂ ਵੀ, ਆਪਣੇ ਬੱਚਿਆਂ ਤੋਂ ਵੀ ਕਈ ਵਾਰੀ ਖਤਰਾ ਹੁੰਦਾ ਵੀ ਉਹ ਰਾਜ ਨਾ ਖੋਹ ਲੈਣ। ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਗਾ, ਅਸੀਂ ਅਧੀਨ ਹਾਂ, ਤੂੰ ਦੀਨ ਹੈ। ਦੋਹਰਾ ਜਥਾ ਲਾਭ ਸੰਤੁਸ਼ਟ ਹਮ ਨਿਜ ਆਨੰਦ ਮੋਲੀਨ। ਜਥਾ ਲਾਭ, ਜੋ ਮਿਲ ਗਿਆ, ਰੁੱਖੀ ਮਿੱਸੀ ਜਿਹੋ ਜਿਹੀ ਮਿਲ ਗਈ, ਜਿੱਥੇ ਧਰਤੀ ਦੇ ਦਰਖਤ ਥੱਲੇ ਸੌਂ ਲਿਆ ਤੇ ਨਦੀ ਦੇ ਚਸ਼ਮੇ ਤੋਂ ਪਾਣੀ ਪੀ ਲਿਆ, ਕਿਤੋਂ ਪ੍ਰਸ਼ਾਦਾ ਮੰਗ ਕੇ ਕਦਾ ਛਕ ਲਿਆ। ਜਥਾ ਲਾਭ ਸੰਤੁਸ਼ਟ ਹਾਂ, ਅਸੀਂ ਸੰਤੁਸ਼ਟ ਹਾਂ। ਨਿਜ ਆਨੰਦ ਮੈਂ ਲੀਨ, ਅਸੀਂ ਆਪਣੇ ਆਤਮਿਕ ਆਨੰਦ ਦੇ ਵਿੱਚ ਸਦਾ ਹੀ ਲੀਨ ਰਹਿੰਦੇ ਹਾਂ। ਤੇ ਅੱਗੇ ਇਤ ਉਤ ਕੇ ਸੁਖ ਸੋ ਅਹਤ ਯਾ ਬਿਦ ਅਹੰ ਅਧੀਨ। ਇਤ ਉਤ ਕੇ ਸੁਖ ਸੋ ਅਹਿਤ, ਇਤ ਮੈਨੇ ਇੱਥੋਂ ਦੇ, ਉਤ ਮੈਨੇ ਉੱਥੋਂ, ਬ੍ਰਹਮ ਲੋਕ ਦੇ, ਇੰਦਰ ਲੋਕ ਦੇ, ਪਰਲੋਕ ਦੇ, ਦੇਵ ਲੋਕ ਦੇ ਸੁੱਖ ਨੇ, ਸਵਰਗਾਂ ਦੇ ਸੁੱਖ ਨੇ। ਸੁੱਖ ਸੋ ਅਹਿਤ, ਸਾਡਾ ਇਸ ਧਰਤੀ ਦੇ ਸੁੱਖਾਂ ਨਾਲ ਵੀ ਕੋਈ ਵਾਹ ਨਹੀਂ। ਤੇ ਜਿਹੜੇ ਇੰਦਰਜ, ਬ੍ਰਹਮ ਇੰਦਰਜ ਆਦਿ ਹੋਦ ਦੇ ਧਰ ਭੋਗ, ਕਾਕ ਬਿਸ਼ਟ ਸਮ ਜੇਗਣਾ ਬੀਤ ਰਾਗ ਤੇ ਲੋਗ। ਜਿਵੇਂ ਦੇ ਆਤਮ ਪ੍ਰਕਾਸ਼ ਵਿੱਚ ਆਉਂਦਾ ਵੀ ਇੰਦਰਜਪੁਰੀ ਤੱਕ ਦੇ, ਬ੍ਰਹਮਪੁਰੀ ਤੱਕ ਦੇ ਭੋਗਾਂ ਨੂੰ ਵੀ ਕਊਏ ਦੀ ਬਿਸ਼ਟਾ ਸਮਾਨ ਜਾਣ ਕੇ ਤਿਆਗ ਦਿੰਦੇ, ਉਹ ਬੈਰਾਗੀ ਹੁੰਦੇ। ਇਸ ਕਰਕੇ ਭਰਤਰੀ ਜੀ ਕਹਿੰਦੇ ਵੀ ਇਤ ਉਤ ਕੇ ਸੁੱਖ ਸੋ ਅਹਿਤ, ਇੱਥੋਂ ਉੱਥੋਂ ਦੇ ਸੁੱਖਾਂ ਨਾਲ ਸਾਡਾ ਅਹਿਤ ਹੈ, ਭਾਵ ਪ੍ਰੇਮ ਨਹੀਂ ਹੈ। ਜਾਂ ਬਿਦ ਅਹੰ ਅਧੀਨ, ਇਸ ਕਰਕੇ ਅਸੀਂ ਅਧੀਨ ਆ, ਕਿਸੇ ਦੇ ਅਧੀਨ ਨਹੀਂ ਗਏ, ਗੁਲਾਮ ਨਹੀਂ ਗਏ। ਕਿਉਂਕਿ ਸਾਨੂੰ ਗੁਲਾਮੀ ਤਾਂ ਹੁੰਦੀ ਹੈ ਮੋਹ ਕਰਕੇ, ਯਾਰ ਚੀਜ਼ ਹੋਵੇਗੀ ਯਾਰ ਤਾਂ ਸੁਖੀ ਹੋਵਾਂਗੇ ਹੈ। ਫਿਰ ਉਹ ਚੀਜ਼ ਪ੍ਰਾਪਤ ਕਰਨ ਵਾਸਤੇ ਤਰਲੇ ਕੱਢਣੇ ਪੈਂਦੇ 100 ਬੰਦਿਆਂ ਦੇ। ਹਾਂਜੀ, ਵੀ ਆਹ ਚੀਜ਼ ਮਿਲ ਜਾਵੇ, ਬਣਾ ਕੇ ਰੱਖਣੀ ਪੈਂਦੀ ਸਮਾਜ ਨਾਲ, ਪਰਿਵਾਰ ਨਾਲ, ਸਰਕਾਰ ਨਾਲ। ਸਾਡਾ ਮਤਲਬ ਹੀ ਕੋਈ ਨਹੀਂ, ਸਾਨੂੰ ਤਾਂ ਮਤਲਬ ਚਾਹੀਦਾ ਕੁਛ ਨਹੀਂ। ਇਸ ਕਰਕੇ ਅਸੀਂ ਕਿਸੇ ਦੇ ਅਧੀਨ ਕਿਉਂ ਹੋਈਏ। ਸੋਰਠਾ ਮਦਨ ਮਦਾਦ ਕਾਲੇਸ਼ ਸ਼ੋਕ ਲੋਕ ਪ੍ਰਲੋਕ ਕੇ। ਮਦਨ ਕਾਮ ਨੂੰ ਕਹਿੰਦੇ ਨੇ, ਕਾਮ, ਕ੍ਰੋਧ, ਮਦ ਆਦਿ, ਹੰਕਾਰ ਆਦਿ ਜਿਹੜੇ 5 ਵਿਕਾਰ ਨੇ, ਕਲੇਸ਼ ਦਿੰਦੇ ਨੇ। ਹਾਂਜੀ, ਇਹ ਕਲੇਸ਼ ਤੈਨੂੰ ਹੈ। ਸ਼ੋਕ ਲੋਕ ਪ੍ਰਲੋਕ, ਲੋਕ ਪ੍ਰਲੋਕ ਦੇ ਸ਼ੋਕ ਵੀ ਤੇਰੇ ਗਲ ਪਏ ਨੇ। ਇੱਥੇ ਵੀ ਲੋਕਾਂ 'ਚ ਵੀ, ਦੁਨੀਆ 'ਚ ਵੀ ਤੈਨੂੰ ਪ੍ਰੋਬਲਮਾਂ ਨੇ, ਅੱਗੇ ਜਾਏਗਾ ਉੱਥੇ ਵੀ ਜਮਾਂ ਦੇ ਡੰਡੇ ਪੈਣੇ ਨੇ। ਤਾਂ ਕਰ ਦੁਖੀ ਹਮੇਸ਼ ਤੂੰ ਨਰੇਸ਼ ਹੈ ਦੀਨ ਤੁਮ। ਤਾਂ ਕਰ ਦੁਖੀ ਨਰੇਸ਼ ਹੈ, ਨਰੇਸ਼ ਤੂੰ ਦੀਨ ਇਉਂ। ਤਾਂ ਕਰ ਦੁਖੀ ਹਮੇਸ਼, ਇਸ ਕਰਕੇ ਤੂੰ ਦੁਖੀ ਹਮੇਸ਼ਾ ਰਹਿੰਦਾ। ਤੂੰ ਨਰੇਸ਼ ਹੈ, ਦੀਨ ਹੈ, ਤੂੰ ਰਾਜਾ ਇਸ ਕਰਕੇ ਦੀਨ ਹੈ। ਜੇ ਤੂੰ ਪੁੱਛੇ ਵੀ ਦੀਨ ਕਿਵੇਂ ਆ ਮੈਂ, ਤੇ ਤੇਰਾ ਦੀਨ ਹੋਣ ਦਾ ਕਾਰਨ ਹੈ ਇੱਕ ਤਾਂ ਕਾਮ, ਇੱਕ ਕ੍ਰੋਧ, ਲੋਭ, ਹੰਕਾਰ ਹੈ ਨਾ, ਸ਼ੋਕ, ਲੋਕ ਪਰਲੋਕ ਦੇ, ਇੱਥੋਂ ਦੇ ਸ਼ੋਕ, ਅੱਗੋਂ ਦੇ ਸ਼ੋਕ, ਇਹ ਵੀ ਨਹੀਂ ਇੱਥੇ ਅੱਗੇ ਜਾ ਕੇ ਸੁਖੀ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਤੈਨੂੰ ਦੁੱਖ ਦਿੰਦੀਆਂ। ਤਾਂ ਕਰ ਦੁਖੀ ਹਮੇਸ਼, ਤੂੰ ਉਹਨਾਂ ਕਰਕੇ ਤੂੰ ਦੁਖੀ ਹੈ। ਤੂੰ ਨਰੇਸ਼ ਹੈ, ਦੀਨ ਹੈ। ਨਰੇਸ਼, ਹੈ ਰਾਜਾ, ਤੂੰ ਇਸ ਤਰ੍ਹਾਂ ਦੀਨ ਹੈ।
ਸੋਰਠਾ ਜਗ ਜੀਵਨ ਦਿਨ ਚਾਰ, ਤਜ ਮਦ ਸਵੈ ਛਿਤ ਸੰਚਰੋ। ਫਿਰ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਵੀ ਫਿਰ ਮੈਨੂੰ ਰਸਤਾ ਦੱਸੋ ਬਈ ਮੇਰਾ ਉਧਾਰ ਕਿਵੇਂ ਹੋਵੇ, ਮੈਂ ਕੀ ਕਰਾਂ, ਹੈ ਨਾ। ਤਾਂ ਮਹਾਰਾਜ ਕਹਿੰਦੇ ਵੀ ਜਗ ਜੀਵਨ ਦਿਨ ਚਾਰ, ਦੁਨੀਆ ਦਾ ਜਿਹੜਾ ਜਗਤ ਦਾ ਜੀਵਨਾ 4 ਦਿਨ ਦਾ ਮੇਲਾ। ਤਜ ਮਦ ਸਵੈਛਿਤ ਸੰਚਰੋ, ਕਹਿੰਦੇ ਹੰਕਾਰ ਨੂੰ ਛੱਡ ਕੇ ਨਾ, ਮਦ ਮੈਨੇ ਹੰਕਾਰ, ਸਵੈਛਿਤ ਸੁਤੰਤਰ ਹੋ ਕੇ, ਆਪਣੇ ਆਜ਼ਾਦ ਹੋ ਕੇ ਫਿਰੋ ਤੇ ਆਪਣੀ ਸੁਤੰਤਰ ਇੱਛਾ ਅਨੁਸਾਰ ਹੋ ਕੇ ਵਿਚਰੋ। ਹਾਂਜੀ। ਸਭ ਜਨ ਹਰ ਅਵਤਾਰ, ਕਰੋ ਮਿੱਤਰਤਾ ਸਰਬ ਸਹਿ। ਸਾਰੇ ਜਨ, ਜਿੰਨੀ ਦੁਨੀਆ, ਜਿੰਨੇ ਲੋਕ ਨੇ, ਪਸ਼ੂ ਪੰਛੀ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਜਿੰਨੀਆਂ 84 ਲੱਖ ਜੂਨਾਂ ਨੇ, 33 ਕਰੋੜ ਦੇਵੀ ਦੇਵਤੇ ਨੇ, 9 ਕਰੋੜ ਦੇਵੀਆਂ ਨੇ, 96 ਕਰੋੜ ਸ਼ਹੀਦ ਨੇ, ਜਿੰਨਾ ਵੀ ਪਸਾਰ ਹੈ ਗੁਪਤ ਪ੍ਰਗਟ, ਉਹ ਸਾਰਾ ਪਰਮੇਸ਼ਰ ਦਾ ਰੂਪ ਜਾਣਦਾ। ਸਭ ਜਨ ਹਰ ਅਵਤਾਰ, ਉਹ ਸਾਰਾ ਪਰਮੇਸ਼ਰ ਦਾ ਹੀ ਰੂਪ ਸਮਝੋ। ਕਰੋ ਮਿੱਤਰਤਾ ਸਰਬ ਸਹਿ, ਸਾਰਿਆਂ ਨੇ ਪ੍ਰੇਮ ਕਰਨਾ। ਦੋਹਰਾ ਗਹੇ ਪਾਏ ਯੋਗੀਸ਼ ਕੇ, ਨਮੋ ਦੰਡ ਇਵ ਕੀਨ। ਇਹ ਬਚਨ ਸੁਣ ਕੇ ਉਸ ਰਾਜੇ ਨੇ ਮਹਾਰਾਜ ਭਰਥਰੀ ਦੇ ਚਰਨ ਫੜ ਲਏ ਤੇ ਡੰਡੇ ਦੀ ਤਰ੍ਹਾਂ ਲੰਮਾ ਪੈ ਕੇ ਮੱਥਾ ਟੇਕਿਆ। ਆਇਸ ਪਾਏ ਸਵਦੇਸ਼ ਨ੍ਰਿਪ, ਗਇਓ ਮੁਦਤ ਮਦਹੀਨ। ਕਹਿੰਦੇ ਮਹਾਰਾਜ ਦੀ ਆਗਿਆ ਪਾ ਕੇ ਉਹ ਰਾਜਾ ਆਪਣੇ ਦੇਸ਼ ਨੂੰ ਚਲਾ ਗਿਆ ਤੇ ਪ੍ਰਸੰਨ ਹੋ ਗਿਆ, ਕਿਉਂਕਿ ਉਹਨੂੰ ਸਮਝ ਆ ਗਈ ਵੀ ਦੁਨੀਆ ਦੇ ਵਿੱਚ ਕੁਛ ਵੀ ਹੈ ਨਹੀਂ। ਬੈਰਾਗ ਅੰਦਰ ਵਸ ਗਿਆ। ਬੈਰਾਗ ਅੰਦਰ ਵਸਿਆ ਹੋਵੇ, ਜਨਕ ਦੀ ਤਰ੍ਹਾਂ ਰਾਜ ਕਰਦਿਆਂ ਵੀ ਬੈਰਾਗੀ ਬਿਰਤੀ ਰਹਿੰਦੀ ਹੈ। ਇਹ ਜ਼ਰੂਰੀ ਨਹੀਂ ਵੀ ਹੁਣ ਸਾਰੇ ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ ਨਾ, ਪਰ ਇਹ ਵੀ ਮਹਾਰਾਜ 10ਵੇਂ ਪਾਤਸ਼ਾਹ ਨੇ ਜਿਵੇਂ ਬਚਨ ਕਹੇ ਨਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਾਨੀ ਮਨ ਉਦਾਸਾ। ਇਸ ਤਰ੍ਹਾਂ ਦੀ ਬਿਰਤੀ ਉਸ ਰਾਜੇ ਦੀ ਬਣਾਤੀ। ਹਾਂਜੀ। ਦੋਹਰਾ ਬਚਨ ਨਾਥ ਕੇ ਧਾਰ, ਔਰ ਡਾਲ ਗਰਭ ਸੰਤਾਪ। ਬਚਨ ਨਾਥ ਕੇ ਧਾਰ, ਔਰ ਉਹ ਰਾਜੇ ਨੇ ਨਾਥਾਂ ਦੇ, ਨਾਥ ਜੀ ਦੇ, ਭਰਥਰੀ ਨਾਥ ਜੀ ਦੇ ਬਚਨ ਹਿਰਦੇ 'ਚ ਧਾਰਨ ਕਰ ਲਏ। ਡਾਰ ਗਰਭ ਸੰਤਾਪ, ਜਿਹੜਾ ਹੰਕਾਰ ਸੀਗਾ, ਗਰਭ ਸੀ ਮਨ ਦਾ, ਉਹ ਡਾਰ ਸੁੱਟਿਆ, ਦੂਰ ਕਰਤਾ। ਭੂਪ ਅਭੈ ਵਿਚਰਤ ਪਇਓ, ਬਿਰਥਾ ਨਾ ਸਾਧ ਮਿਲਾਪ। ਉਹ ਮੈਨੇ ਉਹ ਰਾਜਾ ਜਿਹੜਾ ਉਪਦੇਸ਼ ਦੇਣ ਆਇਆ ਸੀ, ਅਭੈ ਹੋ ਕੇ, ਨਿਰਭੈ ਹੋ ਕੇ ਵਿਚਰਤ ਪਇਓ, ਭਾਵ ਨਿਰਭੈ ਹੋ ਕੇ ਫਿਰਨ ਲੱਗਾ। ਕਹਿੰਦੇ ਬਿਰਥਾ ਨਾ ਸਾਧ ਮਿਲਾਪ, ਸਾਧੂ ਦਾ ਮਿਲਾਪ ਬਿਰਥਾ ਨਹੀਂ ਜਾਂਦਾ। ਸਾਧੂ ਦੀ ਸੰਗਤ ਭਾਵੇਂ 1 ਮਿੰਟ ਲਈ ਵੀ ਹੋਈ ਹੋਵੇ ਨਾ, ਉਹ ਵੀ ਫਲ ਦਿੰਦੀ ਹੈ। ਹਾਂਜੀ। ਦੋਹਰਾ ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ, ਕਿਰਪਾ ਦ੍ਰਿਸ਼ਟ ਕੇ ਸਾਥ। ਅੰਮ੍ਰਿਤ ਬਚਨਾਂ ਦੀ ਬ੍ਰਿਸ਼ਟ ਬਰਖਾ ਕਰਕੇ, ਬ੍ਰਿਸ਼ਟੀ ਕਹਿੰਦੇ ਨੇ ਮੀਂਹ ਪੈਣਾ, ਅੰਮ੍ਰਿਤ ਬਚਨਾਂ ਦੀ ਬਰਖਾ ਕਰਕੇ, ਕਿਰਪਾ ਦ੍ਰਿਸ਼ਟੀ ਕੇ ਸਾਥ, ਕਿਰਪਾ ਦ੍ਰਿਸ਼ਟੀ ਕੀਤੀ, ਉਹਨੂੰ ਅੰਮ੍ਰਿਤ ਬਚਨ ਸੁਣਾਏ ਰਾਜੇ ਨੂੰ। ਗਰਭ ਤਾਪ ਨਰ ਨਾਥ ਕੋ, ਹਰਿਓ ਨਾਥ ਕੇ ਨਾਥ। ਗਰਭ ਤਾਪ, ਜਿਹੜਾ ਹੰਕਾਰ ਦਾ ਬੁਖਾਰ ਚੜਿਆ ਸੀ ਰਾਜੇ ਨੂੰ, ਨਰਨਾਥ ਕੋ, ਵੀ ਮੈਂ ਰਾਜਾ ਹਾਂ। ਹਰਿਓ ਨਾਥ ਕੇ ਨਾਥ, ਹਰ ਲਿਆ। ਨਾਥਾਂ ਦੇ ਨਾਥ ਕੌਣ? ਭਰਥਰੀ ਜੀ, ਕਿਉਂਕਿ ਭਰਥਰੀ ਜੀ ਨਾਥ ਪੰਥ ਵਿੱਚੋਂ ਹੋਏ ਨਾ। ਗੋਰਖਨਾਥ ਜੀ, ਚੰਦਰਨਾਥ ਜੀ, ਜਲੰਧਰਨਾਥ ਜੀ, ਭਰਥਰੀ ਨਾਥ, ਮੰਗਲਨਾਥ, ਪ੍ਰਾਣਨਾਥ, ਗੋਪੀ ਚੰਦ, ਇਹ ਸਾਰੇ ਨਾਥ ਪੰਥ ਦੇ ਸਾਧੂ ਹੋਏ ਨੇ। ਭਰਥਰੀ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫਿਰ ਮਤਲਬ ਦਰਸ਼ਨ ਕਰਕੇ ਪਰਮ ਪਦਵੀ ਪ੍ਰਾਪਤ ਕੀਤੀ ਸੀ, ਜਿਹੜਾ ਉਹਨਾਂ ਵਾਸਤੇ ਆਸਾ ਰਾਗ ਦਾ ਸ਼ਬਦ ਆਉਂਦਾ, ਅਸ਼ਟਪਦੀ ਉੱਤਰ ਅਵਕਟ ਸਰਵਰ ਨਹਾਵੈ, ਬਾਕਾ ਨਾ ਬੋਲੇ ਹਰ ਗੁਣ ਗਾਵੈ। ਇਹ ਭਰਥਰੀ ਜੀ ਨੂੰ ਹੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ। 1500 ਸਾਲ ਭਰਥਰੀ ਜੀ ਉਡੀਕਦੇ ਰਹੇ। ਉਹਨਾਂ ਦਾ ਜਨਮ ਤਾਂ ਹੋਇਆ ਸੀ ਅੱਜ ਤੋਂ ਕੋਈ ਮਤਲਬ 2000 ਤੋਂ ਵੀ ਕਹਿ ਲਓ ਵੀ ਹੁਣ 2078-77 ਚੱਲ ਰਿਹਾ ਬਿਕਰਮੀ। ਤੇ ਬਿਕਰਮੀ ਰਾਜਾ ਜਿਹੜਾ ਬਿਕਰਮੀ ਸੀ ਉਹ ਛੋਟਾ ਸੀ ਤੇ ਭਰਥਰੀ ਜੀ ਤੋਂ ਵੱਡੇ ਸੀ, ਯਾਨੀ ਉਹਨਾਂ ਨੂੰ 2100 ਸਾਲ ਦੇ ਲਗਭਗ ਕਹਿ ਸਕਦੇ ਹਾਂ ਆਪਾਂ ਵੀ ਜਨਮ ਹੋਏ ਨੂੰ ਹੋ ਗਏ ਨੇ। ਤੇ ਉਦੋਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੱਕ ਉਹ ਬੈਠੇ ਰਹੇ, ਕਿਉਂਕਿ ਉਹਨਾਂ ਨੇ ਇੰਨਾ ਤਪ ਕਰ ਲਿਆ। ਅਕਾਲ ਪੁਰਖ ਨੂੰ ਬੇਨਤੀ ਕੀਤੀ ਵੀ ਮਹਾਰਾਜ ਵੀ ਮੈਂ ਤੁਹਾਡਾ ਭਗਤ ਹਾਂ, ਪਰ ਮੈਨੂੰ ਸ਼ਾਂਤੀ ਨਹੀਂ ਮਿਲ ਰਹੀ। ਅਕਾਲ ਪੁਰਖ ਨੇ ਕਿਹਾ ਵੀ ਅਸੀਂ ਅਵਤਾਰ ਧਾਰ ਕੇ ਜਦੋਂ ਆਵਾਂਗੇ, ਸਾਡਾ ਨਾਂ ਗੁਰੂ ਨਾਨਕ ਦੇਵ ਹੋਏਗਾ, ਤੇਰੇ ਬੂਹੇ ਅੱਗੇ ਬੈਠਾਂਗੇ, ਉੱਥੇ ਤੈਨੂੰ ਆ ਕੇ ਉਪਦੇਸ਼ ਦਿਆਂਗੇ। ਉਹਦੀ ਕੁਟੀਆ ਦੇ ਬਾਹਰ ਆ ਕੇ ਸਤਿਗੁਰੂ ਜੀ ਬੈਠ ਗਏ ਤੇ ਮਰਦਾਨੇ ਨੇ ਕੀਰਤਨ ਸ਼ੁਰੂ ਕਰਤਾ। ਤੇ ਜਦੋਂ ਭਰਥਰੀ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਨਿਕਲੇ, ਕੀਰਤਨ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਆਈ। ਨਮਸਕਾਰ ਕਰਕੇ ਸਾਧੂ ਜਾਣ ਕੇ ਬੈਠ ਗਏ।
ਤੇ ਪੁੱਛਿਆ ਤੇ ਮਹਾਰਾਜ ਨੇ ਉਸ ਬਚਨ ਉਚਾਰਿਆ, ਉੱਤਰ ਅਵ ਘਟ ਸਰਵਰ ਨਾਵੈ, ਬਕੈ ਨ ਬੋਲੇ ਹਰ ਗੁਣ ਗਾਵੇ, ਜਲ ਆਕਾਸੀ ਸੁਨ ਸਮਾਵੈ। ਜਦੋਂ ਅਖੀਰ ਚ ਆਇਆ ਨਾ, ਸੁਣ ਭਰਥਰ ਨਾਨਕ ਹੈ ਵਿਚਾਰ, ਜਦੋਂ ਨਾਨਕ ਪਦ ਸੁਣਿਆ ਉਸੇ ਵੇਲੇ ਸਮਝ ਆਈ ਵੀ ਤੇ ਗੁਰੂ ਨਾਨਕ ਦੇਵ ਜੀ ਜਿਹਨਾਂ ਨੂੰ ਮੈਂ ਉਡੀਕ ਰਿਹਾ ਉਹੀ ਆ ਗਏ ਪਰਮੇਸ਼ਰ। ਫਿਰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਪੈ ਗਏ। ਇਹੋ ਜਿਹੇ ਮਹਾਂਪੁਰਸ਼ ਹੋਏ ਨੇ। ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਰਾਜੇ ਦਾ ਹੰਕਾਰ ਤੋੜਿਆ। ਹੁਣ ਅੱਗੇ ਦੂਸਰੇ ਰਾਜੇ ਨੂੰ ਉਪਦੇਸ਼ ਦੇਣਗੇ। 19ਵੇਂ ਛੰਦ ਤੋਂ ਸ਼ੁਰੂ ਹੋਵੇਗਾ, ਉਹ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।